identifying diagnosing this autism in their children, what kind of challenges they are facing? ਕਿ ਆਟਿਜ਼ਮ ਵਾਸਤੇ ਇੱਕ ਵੱਡਾ ਚੈਲੰਜ ਹੈਗੇ ਨੇ, ਜਿਸ ਦੀ ਸਭ ਤੋਂ ਪਹਿਲੀ ਗੱਲ ਹੈਗੀ ਹੈ ਅਵੇਅਰਨੈਸ। ਅਸੀਂ ਹੁਣੇ ਵੀ ਗੱਲ ਕਰ ਰਹੇ ਸੀ ਕਿ ਇਸ ਦੀ ਕੋਈ ਬਹੁਤ ਜ਼ਿਆਦਾ ਅਵੇਅਰਨੈਸ ਨਹੀਂ ਹੈ। ਦੂਸਰੀ ਚੀਜ਼ ਆਉਂਦੀ ਹੈ ਐਕਸੈਪਟੈਂਸ। ਤੇ ਸਾਨੂੰ ਸਭ ਤੋਂ ਵੱਡੀ ਦਿੱਕਤ ਹੈ ਕਿ ਇਸ ਫੀਲਡ ਵਿੱਚ ਕੰਮ ਕਰਨ ਵਾਸਤੇ ਕੁਆਲੀਫਾਈਡ ਪ੍ਰੋਫੈਸ਼ਨਲਸ ਨਹੀਂ ਨੇ। ਹੁਣ ਨੈਕਸਟ ਸਭ ਤੋਂ ਵੱਡਾ ਚੈਲੰਜ ਹੈ ਪੇਰੈਂਟਸ ਟ੍ਰੇਨਿੰਗ, ਕਿ ਇਹ ਬਹੁਤ ਐਕਸਪੈਂਸਿਵ ਹੋ ਜਾਂਦੀ ਹੈ। Hi, you're watching The Sovera. This is Amarpal Singh before you. With increasing awareness around neurodevelopmental conditions like autism, India is witnessing a rise in the cases. So whether it is a real rise or it is the better diagnosis, to understand this, we are having an expert, Dr. Atul Madan from Autism Alliance, Ludhiana. So welcome, sir, to The Sovera, first of all. जी, thank you जी। Atul ji, please brief about this autism, that whether this rise in the cases, it is the real rise or it is the better diagnosis. ਜੀ ਦੇਖੋ, ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਰਾਈਜ਼ ਦੀ ਜਾਂ ਨੰਬਰ ਦੀ ਅਗਰ ਗੱਲ ਕਰੀਏ ਅਸੀਂ ਆਟਿਜ਼ਮ ਦੇ ਇਸ ਟਾਈਮ ਪ੍ਰੀਵੈਲੈਂਸ ਰੇਟ ਦੀ, ਤਾਂ ਇਸ ਟਾਈਮ ਜਿਹੜਾ USA ਦਾ ਇੱਕ ਜਿਹੜਾ ਸਰਵੇ ਰਿਪੋਰਟ ਸਾਡੇ ਕੋਲ ਲੇਟੈਸਟ ਹੈਗੀ ਹੈ, ਉਹਦੇ ਮੁਤਾਬਿਕ 1 in 31 children are diagnosed with autism spectrum disorder, which seems to be a very huge number. Right. ਇੱਥੇ ਅਗਰ ਮੈਂ ਗੱਲ ਕਰਾਂ 1 in 31, ਅਗਰ ਇਸ ਨੂੰ ਅਸੀਂ ਕੈਲਕੂਲੇਸ਼ਨ ਕਰਕੇ ਦੇਖੀਏ ਤੇ ਇਹ ਤਾਂ ਬੜਾ ਹੀ ਜ਼ਿਆਦਾ ਨੰਬਰ ਹੋ ਜਾਏਗਾ। ਹਾਲਾਂਕਿ ਸਾਡੇ ਕੋਲ ਇਸ ਦੀ ਕੋਈ ਬਹੁਤ ਆਫੀਸ਼ੀਅਲ ਇੰਡੀਅਨ ਸਟੱਡੀਜ਼ ਅਜੇ ਫਿਲਹਾਲ ਨਹੀਂ ਨੇ, ਲੇਕਿਨ ਅਗਰ ਮੈਂ ਪਿਛਲੇ 5-7 ਸਾਲ ਪਹਿਲੇ ਦੀ ਕਿਸੇ ਰਿਸਰਚ ਸਟੱਡੀ ਨੂੰ ਅਗਰ ਕੋਟ ਕਰਾਂ ਜੋ ਕਿ ਇੰਡੀਆ ਵਿੱਚ ਹੋਈ ਸੀ, ਉਹਦੇ ਮੁਤਾਬਿਕ ਵੀ 1 in 68 ਜਾਂ 1 in 80 ਬੱਚੇ ਦੇ ਵਿੱਚ ਇਹ ਆਟਿਜ਼ਮ ਸਪੈਕਟਰਮ ਕਿਹਾ ਗਿਆ। ਸੋ ਅਗਰ ਮੈਂ ਉਹ ਵਾਲੀ ਸਟੱਡੀ ਨੂੰ ਵੀ ਮੰਨ ਲਵਾਂ ਤਦ ਵੀ ਇਹ ਨੰਬਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਹੁਣ ਤੁਹਾਡਾ ਸਵਾਲ ਬੇਸਿਕਲੀ ਹੈਗਾ ਕਿ ਕਿਆ ਇਹ ਵੱਧ ਰਿਹਾ? ਦੇਖੋ, ਅਗਰ ਮੈਂ ਇਸ ਨੂੰ ਇਹ ਗੱਲ ਕਰਾਂ ਤੇ ਕੁਝ ਸਾਲ ਪਹਿਲੇ ਤੱਕ ਇਹ ਵਾਲੇ ਜਿਹੜੇ ਨੰਬਰ ਸੀਗੇ, ਅਗਰ ਮੈਂ ਉਸੇ ਅਮਰੀਕਨ ਸਟੱਡੀ ਨੂੰ ਹੀ ਕੋਟ ਕਰਾਂ ਤੇ ਉਹ ਕੁਝ ਸਾਲ ਤੋਂ ਪਹਿਲੇ ਕਹਿ ਰਹੇ ਸੀ 1 in 54, ਫਿਰ ਆਇਆ 1 in 36, ਹੁਣ ਆਇਆ ਲੇਟੈਸਟ 1 in 31। ਅਗਰ ਮੈਂ ਇੱਕੋ ਹੀ ਸਟੱਡੀ ਨੂੰ ਕੋਟ ਕਰਦਾ ਜਾਵਾਂ ਤਾਂ ਯੈਸ, ਨੰਬਰ ਤਾਂ ਵੱਧ ਰਿਹਾ, ਲੇਕਿਨ ਇਹ ਨੰਬਰ ਜਿਹੜਾ ਵੱਧ ਰਿਹਾ ਇਸ ਦੇ ਪਿੱਛੇ ਜਿਹੜੇ ਰੀਜ਼ਨ ਨੇ ਉਹ ਕੀ ਨੇ? ਹਾਲਾਂਕਿ ਪਹਿਲੇ ਇਹ ਕਿਹਾ ਜਾ ਰਿਹਾ ਸੀਗਾ ਕਿ ਹੋ ਸਕਦਾ ਹੈ ਕਿ ਹੁਣ ਅਵੇਅਰਨੈਸ ਵੱਧ ਰਹੀ ਹੈ, ਇਸ ਕਰਕੇ ਨੰਬਰ ਵੱਧਦੇ ਹੋਏ ਨਜ਼ਰ ਆ ਰਹੇ ਨੇ। ਪਹਿਲੇ ਅਸੀਂ ਇਸ ਨੂੰ ਡਿਟੈਕਟ ਨਹੀਂ ਕਰ ਪਾ ਰਹੇ ਸੀ, ਹੁਣ ਡਿਟੈਕਟ ਕਰ ਪਾ ਰਹੇ ਹਾਂ। ਲੇਕਿਨ ਇਹਦੇ ਬਾਵਜੂਦ ਜੋ ਨੰਬਰ ਦੀ ਜੋ ਰੇਸ਼ੋ ਹੈ ਉਹ ਇੰਨੀ ਜ਼ਿਆਦਾ ਹੈ ਪ੍ਰੋਪੋਰਸ਼ਨੈਲਿਟੀ ਦੇ ਪੁਆਇੰਟ ਆਫ ਵਿਊ ਨਾਲ, ਕਈ ਵਾਰੀ ਇਹ ਡਾਊਟ ਹੁੰਦਾ ਹੈ ਕਿ ਕਿਆ ਸਿਰਫ ਇਹ ਅਵੇਅਰਨੈਸ ਦੀ ਕਮੀ ਸੀਗੀ ਜਾਂ ਵਾਕਈ ਕੁਝ ਕੰਟਰੀਬਿਊਟਰੀ ਫੈਕਟਰ ਹੈਗੇ ਨੇ ਜਿਹੜੇ ਆ ਰਹੇ ਨੇ, ਕਿਉਂਕਿ ਇੱਕ ਬਹੁਤ ਜ਼ਬਰਦਸਤ ਰਾਈਜ਼ ਆਇਆ ਹੈ ਪੋਸਟ ਕੋਵਿਡ ਏਰੀਆ ਦੇ ਅੰਦਰ। ਤੇ ਇੱਕ ਜਸਟ ਡਾਊਟ ਕ੍ਰੀਏਟ ਹੋਇਆ, ਆਲਦੋ ਅਜੇ ਇਸ ਨੂੰ ਅਸੀਂ ਐਵੀਡੈਂਸ ਬੇਸਡ ਤਾਂ ਨਹੀਂ ਕਹਿ ਸਕਦੇ, ਲੇਕਿਨ ਇਹਦੇ ਉੱਤੇ ਰਿਸਰਚ ਸਟੱਡੀਜ਼ ਚੱਲ ਰਹੀਆਂ ਨੇ ਕਿ ਕਿਆ ਕੋਈ ਸਕਰੀਨ ਇੰਪੈਕਟ ਵੀ ਹੋ ਸਕਦਾ ਹੈ। ਯਾਨੀ ਕਿ ਹੁਣ ਕਿਉਂਕਿ ਮੋਬਾਈਲ ਟੀਵੀ ਸਕਰੀਨ ਦਾ ਐਕਸਪੋਜ਼ਰ ਜ਼ਿਆਦਾ ਹੋ ਗਿਆ ਕੋਵਿਡ ਟਾਈਮ ਪੀਰੀਅਡ ਤੋਂ ਬਾਅਦ, ਬਹੁਤ ਜ਼ਿਆਦਾ ਇਸ ਦੇ ਅੰਦਰ ਰਾਈਜ਼ ਦੇਖਿਆ ਗਿਆ, ਤੇ ਜਸਟ ਜੇ ਕੋਰਿਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬਟ ਫਿਰ ਵੀ ਮੈਂ ਇਸ ਨੂੰ ਇਹ ਕਹਾਂਗਾ ਕਿ ਅਜੇ ਐਵੀਡੈਂਸ ਬੇਸ ਨਹੀਂ ਹੈ। ਕੁਝ ਹੋਰ ਫੈਕਟਰਸ ਹੋ ਸਕਦੇ ਨੇ ਜਿਸ ਨੂੰ ਅਜੇ ਸਾਇੰਸ ਫ੍ਰੈਟਰਨਿਟੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ, ਬਟ ਇਰਰਿਸਪੈਕਟਿਵ ਆਫ ਦੈਟ ਨੰਬਰ ਤਾਂ ਬਹੁਤ ਜ਼ਿਆਦਾ ਹੈ। Atul ji, since when you are into this dealing with the cases of autism? ਬੇਸਿਕਲੀ ਅਗਰ ਮੈਂ ਦੇਖਾਂ ਤਾਂ ਪਿਛਲੇ ਕਾਫੀ ਸਾਲਾਂ ਤੋਂ ਮੈਂ ਇਸ ਦੇ ਅੰਦਰ ਕੰਮ ਕਰ ਰਿਹਾ ਹਾਂ। ਐਕਸਕਲੂਸਿਵਲੀ ਆਟਿਜ਼ਮ ਦੇ ਅੰਦਰ ਕੰਮ ਕਰਦੇ ਹੋਏ ਮੈਨੂੰ 5 ਸਾਲ ਤੋਂ ਜ਼ਿਆਦਾ ਹੋ ਚੁੱਕੇ ਹੋਏ ਨੇ। ਪਹਿਲੇ ਮੈਂ ਵਿੱਚ ਦੇਖ ਰਿਹਾ ਸੀਗਾ, ਕਿਉਂਕਿ ਬੇਸਿਕਲੀ ਬਾਈ ਪ੍ਰੋਫੈਸ਼ਨ ਆਇਆ ਮੈਂ ਕਲੀਨਿਕਲ ਸਾਈਕੋਲੋਜਿਸਟ, ਤੇ ਮੇਰੇ ਕੋਲ ਬਹੁਤ ਸਾਰੇ ਕੇਸਿਸ ਆਉਂਦੇ ਨੇ, ਲੇਕਿਨ ਅਗਰ ਮੈਂ ਐਕਸਕਲੂਸਿਵਲੀ ਆਟਿਜ਼ਮ ਸੈਕਟਰ ਦੇ ਉੱਤੇ ਕੰਮ ਕਰਾਂ ਤਾਂ ਮੈਂ ਪਿਛਲੇ 5 ਸਾਲ ਪਲੱਸ ਈਅਰਸ ਤੋਂ ਕੰਮ ਕਰ ਰਿਹਾ ਇਸ ਵਿੱਚ। In these last 5 years, what kind of cases you have witnessed, and what kind of challenges whether it is you being the professional or whether it is the parents who are identifying diagnosing this autism in their children, what kind of challenges they are facing? ਜੀ ਅਗਰ ਮੈਂ ਇਸ ਨੂੰ ਸਾਰਾ ਐਨਾਲਾਈਜ਼ ਕਰਾਂ ਤੇ ਮੈਂ ਤੇ ਕਈ ਫੈਕਟਰਸ ਇਹੋ ਜਿਹੇ ਦੇਖੇ ਨੇ ਜਿਹੜੇ ਕਿ ਇਸ ਟਾਈਮ ਮੈਂ ਕਹਾਂਗਾ ਕਿ ਆਟਿਜ਼ਮ ਵਾਸਤੇ ਇੱਕ ਵੱਡਾ ਚੈਲੰਜ ਹੈਗੇ ਨੇ, ਜਿਸ ਦੀ ਸਭ ਤੋਂ ਪਹਿਲੀ ਗੱਲ ਹੈਗੀ ਹੈ ਅਵੇਅਰਨੈਸ, ਜਿਹੜੀ ਅਸੀਂ ਹੁਣੇ ਵੀ ਗੱਲ ਕਰ ਰਹੇ ਸੀ ਕਿ ਇਸ ਦੀ ਕੋਈ ਬਹੁਤ ਜ਼ਿਆਦਾ ਅਵੇਅਰਨੈਸ ਨਹੀਂ ਹੈ। ਯਾਨੀ ਕਿ ਅਗਰ ਅਸੀਂ ਅਜੇ ਗੱਲ ਕਰੀਏ ਤੇ ਆਟਿਜ਼ਮ ਦੇ ਉੱਤੇ ਤੁਸੀਂ ਦੇਖਿਆ ਹੋਣਾ ਕੋਈ ਮਾਸ ਕੈਂਪੇਨ ਅਜੇ ਤੱਕ ਸਟਾਰਟ ਨਹੀਂ ਹੋਈ ਹੈ, ਨਾ ਗਵਰਨਮੈਂਟ ਦੀ ਤਰਫੋਂ ਦੀ, ਨਾ ਇਨ ਜਨਰਲ। ਇਹਦੇ ਵੀ ਰੀਜ਼ਨ ਕਈ ਹੋ ਸਕਦੇ ਨੇ, ਇਸ ਦੇ ਵਿੱਚ ਵੀ ਕੋਈ ਬਲੇਮ ਗੇਮ ਨਹੀਂ ਹੈਗੀ ਹੈ। ਬੇਸਿਕਲੀ 2016 ਇੰਚ ਪਹਿਲੀ ਵਾਰੀ ਅਜੇ ਸਾਡੇ ਗੈਜਟ ਦੇ ਅੰਦਰ ਨੋਟੀਫਾਈਡ ਹੋਇਆ ਹੈ ਐਜ਼ ਅ ਡਿਸੇਬਿਲਿਟੀ, ਔਰ ਉਸ ਤੋਂ ਬਾਅਦ ਮਿਨਿਸਟਰੀ ਆਫ ਡਿਸੇਬਿਲਿਟੀਜ਼ ਵੀ ਬਣ ਗਈਆਂ, ਹੁਣ ਇਸ ਦੇ ਵਾਸਤੇ ਪਾਲਿਸੀਜ਼ ਵੀ ਡਰਾਫਟ ਹੋ ਰਹੀਆਂ ਨੇ। ਸੋ ਮੈਂ ਉਮੀਦ ਕਰਨਾ ਕਿ ਆਉਣ ਵਾਲੇ ਟਾਈਮ ਦੇ ਅੰਦਰ ਇਸ ਦੀ ਅਵੇਅਰਨੈਸ ਵਧੇਗੀ। ਪਹਿਲੀ ਚੀਜ਼ ਤੇ ਹੈਗਾ ਕਿ ਅਜੇ ਤੱਕ ਅਵੇਅਰਨੈਸ ਨਹੀਂ ਸੀ, ਕਿਉਂਕਿ ਅਵੇਅਰਨੈਸ ਨਹੀਂ ਸੀ ਇਸ ਕਰਕੇ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹ ਇਸ ਨੂੰ ਆਇਡੈਂਟੀਫਾਈ ਨਹੀਂ ਕਰ ਪਾ ਰਹੇ ਸੀ। ਸੋ ਪਹਿਲਾ ਚੈਲੰਜ ਅਗਰ ਮੈਂ ਕਰਾਂ ਤੇ ਆ ਗਿਆ ਲੈਕ ਆਫ ਅਵੇਅਰਨੈਸ। ਦੂਸਰੀ ਚੀਜ਼ ਆਉਂਦੀ ਹੈ ਐਕਸੈਪਟੈਂਸ, ਜੋ ਕਿ ਮੈਂ ਬੀਇੰਗ ਅ ਸਾਈਕੋਲੋਜਿਸਟ ਮੈਂ ਉਸ ਚੀਜ਼ ਦੀ, ਉਸ ਇਮੋਸ਼ਨ ਦੀ ਰਿਸਪੈਕਟ ਕਰਨਾ, ਵਿਚ ਇਜ਼ ਮਤਲਬ ਮੈਂ ਵਾਕਈ ਕਹਾਂਗਾ ਕਿ ਜਿਹੜੇ ਕਿ ਬੜਾ ਮੁਸ਼ਕਿਲ ਚੀਜ਼ ਹੈ ਕਿਸੇ ਵੀ ਪੇਰੈਂਟ ਨੂੰ ਇਹ ਸਮਝਣਾ ਔਰ ਐਕਸੈਪਟ ਕਰਨਾ ਕਿ ਮੇਰੇ ਬੱਚੇ ਨੂੰ ਕਿਸੇ ਤਰੀਕੇ ਦੀ ਕੋਈ ਸਪੈਸ਼ਲ ਨੀਡਸ ਹੈ, ਇਹ ਇੱਕ ਬਹੁਤ ਮੈਂ ਕਹਿੰਦਾ ਕਿ ਇੱਕ ਇਮੋਸ਼ਨਲ ਪੁਆਇੰਟ ਹੋ ਜਾਂਦਾ ਹੈ।
ਸੋ ਐਕਸੈਪਟੈਂਸ ਇੱਕ ਬਹੁਤ ਵੱਡਾ ਚੈਲੰਜ ਹੈ। ਹਾਲਾਂਕਿ ਇਹ ਨੈਚੁਰਲ ਹੈ, ਕੋਈ ਵੀ ਹੋਏ ਐਜ਼ ਅ ਪੇਰੈਂਟ ਉਸਨੂੰ ਇਹ ਸਮਝਣਾ ਬਹੁਤ ਮੁਸ਼ਕਿਲ ਹੈ ਜਾਂ ਮੰਨਣਾ ਬਹੁਤ ਮੁਸ਼ਕਿਲ ਹੈ, ਲੇਕਿਨ ਮੈਂ ਇਹ ਕਹਾਂਗਾ ਕਿ ਇਹ ਜਿਹੜਾ ਇੱਕ ਨੈਚੁਰਲ ਡਿਨਾਇਲ ਮੈਕੈਨਿਜ਼ਮ ਹੁੰਦਾ ਹੈ ਕਿ ਨਹੀਂ ਮੇਰੇ ਬੱਚੇ ਨੂੰ ਕੁਝ ਨਹੀਂ ਹੈ, ਉਹ ਵੱਡਾ ਹੋਏਗਾ ਠੀਕ ਹੋ ਜਾਏਗਾ, ਅਸੀਂ ਜਿੰਨੀ ਜਲਦੀ ਇਸ ਮੈਕੈਨਿਜ਼ਮ ਤੋਂ ਬਾਹਰ ਆਈਏ ਔਰ ਚੀਜ਼ਾਂ ਨੂੰ ਅਗਰ ਐਕਸੈਪਟ ਕਰ ਲਈਏ ਤੇ ਮੈਨੂੰ ਲੱਗਦਾ ਹੈ ਕਿ ਅਰਲੀ ਇੰਟਰਵੈਂਸ਼ਨ ਦੇ ਪੁਆਇੰਟ ਆਫ View ਨਾਲ ਅਸੀਂ ਬਹੁਤ ਕੁਝ ਕਰ ਸਕਨੇ ਹਾਂ। ਸੋ ਅਗਰ ਮੈਂ ਪਹਿਲੀ ਗੱਲ ਕਰਾਂ ਕਿ ਅਵੇਅਰਨੈਸ ਨਹੀਂ ਹੈ, ਦੂਸਰੀ ਗੱਲ ਕਰਾਂ ਕਿ ਅਗਰ ਅਵੇਅਰਨੈਸ ਆ ਗਈ ਤੇ ਐਕਸੈਪਟੈਂਸ ਵਿੱਚ ਡਿਫਿਕਲਟੀ ਹੈ। ਅਗਰ ਐਕਸੈਪਟੈਂਸ ਵੀ ਕਰ ਲਈ ਤੇ ਸਾਨੂੰ ਸਭ ਤੋਂ ਵੱਡੀ ਦਿੱਕਤ ਹੈ ਕਿ ਇਸ ਫੀਲਡ ਵਿੱਚ ਕੰਮ ਕਰਨ ਵਾਸਤੇ ਕੁਆਲੀਫਾਈਡ ਪ੍ਰੋਫੈਸ਼ਨਲਸ ਨਹੀਂ ਨੇ, ਕਿਉਂਕਿ ਇਹ ਜਿਹੜੇ ਨੇ ਸੁਪਰ ਸਪੈਸ਼ਲਾਈਜ਼ਡ ਫੀਲਡ ਆ ਜਾਂਦੀ ਹੈ, ਐਸ ਦੇ ਕਾਲਜਿਸ, ਐਸ ਦੀ ਡਿਗਰੀਆਂ ਬਹੁਤ ਘੱਟ ਹੈਗੀਆਂ ਨੇ ਅਜੇ। ਸੋ ਜਿਹੜੇ ਐਸ ਦੇ ਕੁਆਲੀਫਾਈਡ ਪ੍ਰੋਫੈਸ਼ਨਲਸ ਨੇ ਉਹ ਬਹੁਤ ਘੱਟ ਨੇ। ਹਰ ਸ਼ਹਿਰ ਦੇ ਅੰਦਰ ਹਰ ਤਰੀਕੇ ਦੇ ਕੁਆਲੀਫਾਈਡ ਪ੍ਰੋਫੈਸ਼ਨਲਸ ਇਕੱਠੇ ਹੈਗੇ ਹੀ ਨਹੀਂ ਨੇ। ਸੋ ਇਹ ਇੱਕ ਹੋਰ ਵੱਡਾ ਚੈਲੰਜ ਆ ਗਿਆ। ਹੁਣ ਸਪੋਜ਼ ਅਗਰ ਮੈਂ ਇਸ ਨੂੰ ਸਟੈਪ ਬਾਏ ਸਟੈਪ ਹੀ ਗੱਲ ਕਰਾਂ ਕਿ ਅਵੇਅਰਨੈਸ ਵੀ ਆ ਗਈ, ਐਕਸੈਪਟੈਂਸ ਵੀ ਹੋ ਗਈ, ਸਾਨੂੰ ਮੰਨ ਲਓ ਕੁਆਲੀਫਾਈਡ ਪ੍ਰੋਫੈਸ਼ਨਲਸ ਮਿਲ ਵੀ ਗਏ, ਤੇ ਸਭ ਤੋਂ ਵੱਡੀ ਗੱਲ ਹੈ ਕਿ ਮੈਕਸਿਮਮ ਨੰਬਰ ਆਫ ਪਲੇਸਿਸ ਦੇ ਅੰਦਰ ਇੰਟੀਗ੍ਰੇਸ਼ਨ ਨਹੀਂ ਹੈ। ਇੰਟੀਗ੍ਰੇਸ਼ਨ ਮਤਲਬ ਜਿਹੜੇ ਇਸ ਦੇ ਅੰਦਰ ਪ੍ਰੋਫੈਸ਼ਨਲਸ ਨੇ, ਜਿਵੇਂ ਕਿ ਅਸੀਂ ਆਕੂਪੇਸ਼ਨਲ ਥੈਰੇਪਿਸਟ ਕਹੀਏ, ਸਪੀਚ ਥੈਰੇਪਿਸਟ ਕਹੀਏ, ਬਿਹੇਵੀਅਰ ਥੈਰੇਪਿਸਟ ਹੈਗੇ ਨੇ, ਸਪੈਸ਼ਲ ਐਜੂਕੇਟਰਸ ਨੇ, ਇਹ ਇੱਕੋ ਹੀ ਜਗ੍ਹਾ ਤੇ ਸਾਰੇ ਮਿਲਦੇ ਨਹੀਂ ਨੇ। ਸੋ ਇਹ ਆਈਸੋਲੇਸ਼ਨ ਵਿੱਚ ਜਾਂ ਫਰੈਗਮੈਂਟਡ ਫਾਰਮ ਦੇ ਅੰਦਰ ਹੁੰਦੇ ਨੇ। ਕੋਈ ਆਪਣੇ ਇੱਕ ਜਗ੍ਹਾ ਤੇ ਇੱਕ ਪ੍ਰੋਫੈਸ਼ਨਲ ਹੈ, ਦੂਸਰੀ ਜਗ੍ਹਾ ਤੇ ਦੂਸਰਾ ਪ੍ਰੋਫੈਸ਼ਨਲ ਹੈ, ਤੇ ਜੋ ਇੰਟੀਗ੍ਰੇਸ਼ਨ ਹੈ ਉਹ ਨਹੀਂ ਹੋ ਪਾਉਂਦੀ। ਠੀਕ ਹੈ, ਇੰਟੀਗ੍ਰੇਸ਼ਨ ਨਹੀਂ ਹੋਣ ਦੀ ਵਜ੍ਹਾ ਨਾਲ ਕਈ ਵਾਰੀ ਜਿਹੜਾ ਇੱਕ ਪ੍ਰੋਪਰ ਥੈਰੇਪਿਊਟਿਕ ਪਲਾਨ ਬਣਨਾ ਚਾਹੀਦਾ ਉਹ ਨਹੀਂ ਬਣ ਪਾਉਂਦਾ। ਠੀਕ। ਸੋ ਹੁਣ ਅਗਰ ਚੈਲੰਜਸ ਉੱਤੇ ਮੈਂ ਗੱਲ ਕਰਦਾ ਜਾਵਾਂ ਤੇ ਮੈਂ ਕਹਿ ਰਿਹਾ ਕਿ ਅਵੇਅਰਨੈਸ ਆ ਗਈ, ਐਕਸੈਪਟੈਂਸ ਆ ਗਈ, ਸਾਨੂੰ ਕੁਆਲੀਫਾਈਡ ਪ੍ਰੋਫੈਸ਼ਨਲਸ ਵੀ ਮਿਲ ਗਏ ਔਰ ਸਪੋਜ਼ ਸਾਨੂੰ ਇੰਟੀਗ੍ਰੇਸ਼ਨ ਵੀ ਮਿਲ ਗਈ ਸਪੋਜ਼ ਜੀ। ਹੁਣ ਨੈਕਸਟ ਸਭ ਤੋਂ ਵੱਡਾ ਚੈਲੰਜ ਹੈ ਪੇਰੈਂਟਸ ਟ੍ਰੇਨਿੰਗ। ਅਜੇ ਤੱਕ ਕੋਈ ਇੱਕ ਬਹੁਤ ਸਟਰਕਚਰਡ ਪ੍ਰੋਗਰਾਮ ਨਹੀਂ ਹੈਗਾ ਜਿਸ ਦੇ ਵਿੱਚ ਪੇਰੈਂਟਸ ਨੂੰ ਪ੍ਰੋਪਰਲੀ ਵਿੱਚ ਇਨਵੋਲਵ ਕੀਤਾ ਜਾਏ। ਪ੍ਰੋਫੈਸ਼ਨਲਸ ਕੰਮ ਤਾਂ ਕਰ ਰਹੇ ਨੇ, ਲੇਕਿਨ ਮੈਂ ਮੈਕਸਿਮਮ ਨੰਬਰ ਆਫ ਪਲੇਸਿਸ ਦੇ ਉੱਤੇ ਦੇਖਿਆ ਹੈ ਕਿ ਮੈਂ ਚਾਹੁੰਦਾ ਹਾਂ ਕਿ ਪੇਰੈਂਟਸ ਨੂੰ ਥੈਰੇਪੀ ਦੇ ਵਿੱਚ ਇਨਵੋਲਵ ਕਰ ਦਿੱਤਾ ਜਾਏ, ਕਿਉਂਕਿ ਇਹ ਜਿਹੜੀ ਥੈਰੇਪੀਜ਼ ਨੇ ਬਹੁਤ ਲੰਬੀਆਂ ਚੱਲਦੀਆਂ ਨੇ। ਅਗਰ ਪੇਰੈਂਟਸ ਨੂੰ ਉਸ ਚੀਜ਼ ਦੇ ਨਾਲ ਫੁੱਲੀ ਟ੍ਰੇਨਡ ਕਰ ਦਿੱਤਾ ਜਾਏ ਤੇ ਪ੍ਰੋਫੈਸ਼ਨਲ ਔਰ ਪੇਰੈਂਟਸ ਮਿਲ ਕੇ ਮੈਂ ਕਹਿੰਦਾ ਬਹੁਤ ਅੱਛੇ ਰਿਜ਼ਲਟਸ ਆ ਸਕਦੇ ਨੇ। ਇਸ ਤੋਂ ਬਾਅਦ ਹੁਣ ਇੱਕ ਲਾਸਟ ਚੈਲੰਜ ਜਿਹੜਾ ਮੈਂ ਅਜੇ ਤੱਕ ਆਇਡੈਂਟੀਫਾਈ ਕਰ ਪਾਇਆ, ਜਿਹੜੇ ਮੇਜਰ ਚੈਲੰਜਸ ਹੈਗੇ ਨੇ, ਉਹ ਹੈ ਫਾਈਨੈਂਸ਼ੀਅਲਸ। ਇਸ ਦੀ ਜਿਹੜੀ ਥੈਰੇਪੀਜ਼ ਨੇ, ਅਗਰ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ, ਸਾਰੇ ਕੁਆਲੀਫਾਈਡ ਪ੍ਰੋਫੈਸ਼ਨਲਸ ਲੈ ਲੈਂਦੇ ਆ, ਪੇਰੈਂਟਸ ਟ੍ਰੇਨਿੰਗ ਵਿੱਚ ਇਨਕਲੂਡ ਕਰ ਦਿੰਦੇ ਆ, ਇਹ ਮੈਂ ਖੁਦ ਇਸ ਚੀਜ਼ ਨੂੰ ਬੜੀ ਇਮਾਨਦਾਰੀ ਨਾਲ ਮੰਨਣਾ ਚਾਹਾਂਗਾ ਕਿ ਇਹ ਬਹੁਤ ਐਕਸਪੈਂਸਿਵ ਹੋ ਜਾਂਦੀ ਹੈ, ਜੋ ਕਿ ਅੱਛੀ ਫੈਮਿਲੀਜ਼ ਵਾਸਤੇ ਵੀ ਕਈ ਵਾਰੀ ਅਫੋਰਡ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕਿੰਨੀ ਕੋ ਕਾਸਟ ਹੁੰਦੀ ਹੈ? ਕਾਫੀ ਜ਼ਿਆਦਾ ਹੈ। ਅਗਰ ਅਸੀਂ ਇਸ ਦੀ ਗੱਲ ਕਰੀਏ ਤਾਂ 700-800 ਰੁਪਏ ਸੈਸ਼ਨ ਤੋਂ ਲੈ ਕੇ 1000-1200 ਰੁਪਏ ਸੈਸ਼ਨਸ ਤੱਕ ਵੀ ਚਲੇ ਜਾਂਦੇ ਨੇ, ਔਰ ਇਹ ਸੈਸ਼ਨਸ ਪਰ ਡੇ ਚਾਹੀਦੇ ਹੁੰਦੇ ਨੇ। ਯਾਨੀ ਕਿ ਮੈਂ 15,000, 20,000, 30,000, 40,000 ਕੁਝ ਵੀ ਬੋਲ ਸਕਣਾ ਵਾਂ, ਲੇਕਿਨ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਕਿਸ ਬੱਚੇ ਦੀ ਕੀ ਨੀਡ ਹੈਗੀ ਹੈ, ਕਿਸ ਤਰ੍ਹਾਂ ਹੈਗਾ। ਇਹ ਇੰਨਾ ਜ਼ਿਆਦਾ, ਜਿਵੇਂ ਮੈਂ ਹੁਣ ਅਗਰ ਗੱਲ ਕਰ ਰਿਹਾ ਤਾਂ ਮੈਂ ਖੁਦ ਇਸ ਚੀਜ਼ ਨੂੰ ਰਿਅਲਾਈਜ਼ ਕਰਨਾ, ਕਈ ਵਾਰੀ ਅਗਰ ਸਹੀ ਤਰੀਕੇ ਨਾਲ ਦੇਖਿਆ ਜਾਏ ਤੇ ਇੰਨੀ ਫੀਸ ਹੋ ਜਾਂਦੀ ਹੈ ਜਿੰਨੀ ਕਿ ਇੱਕ ਆਮ ਫੈਮਿਲੀ ਦੀ ਪੂਰੀ ਮੰਥਲੀ ਇਨਕਮ ਵੀ ਨਹੀਂ ਹੁੰਦੀ। ਔਰ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਥੈਰੇਪੀਜ਼ ਲੰਬੀਆਂ ਚੱਲਦੀਆਂ ਨੇ, ਸੋ ਅਫੋਰਡੇਬਿਲਿਟੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਸੋ ਇਸ ਚੀਜ਼ ਨੂੰ ਅਸੀਂ, ਮੇਰੇ ਖਿਆਲ ਨਾਲ ਮੈਂ ਸਮਝ ਪਾ ਰਿਹਾ ਕਿ ਇੰਨੇ ਸਾਰੇ ਚੈਲੰਜਸ ਹੈਗੇ ਨੇ। ਹੁਣ ਆਉਂਦਾ ਹੈ ਕਿ ਅਗਰ ਅਸੀਂ ਚੈਲੰਜਸ ਆਇਡੈਂਟੀਫਾਈ ਕਰ ਰਹੇ ਹਾਂ ਤੇ ਫਿਰ ਅਸੀਂ ਕਰ ਕੀ ਰਹੇ ਹਾਂ ਇਸ ਦੇ ਵਾਸਤੇ। ਸੋ ਮੇਰੇ ਵਾਸਤੇ ਇਹੀ ਹੈਗਾ ਕਿ ਅਵੇਅਰਨੈਸ ਕੈਂਪੇਨ ਦੇ ਪੁਆਇੰਟ ਆਫ View ਨਾਲ, ਜਿਵੇਂ ਤੁਹਾਡੇ ਨਾਲ ਗੱਲ ਹੋ ਰਹੀ ਹੈ, ਆਪ ਜੀ ਦੇ ਵਰਗੇ ਹੋਰ ਪਲੇਟਫਾਰਮਸ ਦੇ ਨਾਲ ਅਸੀਂ ਕੋਸ਼ਿਸ਼ ਇਹੀ ਕਰਨੇ ਆ ਕਿ ਮੈਕਸਿਮਮ ਲੋਕਾਂ ਤੱਕ ਅਸੀਂ ਅਵੇਅਰਨੈਸ ਲੈ ਕੇ ਜਾਈਏ। ਪੇਰੈਂਟਸ ਨੂੰ ਸਾਈਕੋ ਐਜੂਕੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੰਨੀ ਜਲਦੀ ਤੋਂ ਜਲਦੀ ਸਮਝੋਗੇ ਉਨਾ ਬਿਹਤਰ ਹੋ ਪਾਏਗਾ। ਦੂਸਰਾ, ਸਾਡੇ ਸੈਂਟਰਸ ਦੇ ਉੱਤੇ ਅਸੀਂ ਇਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਬੰਦਾ ਜਿਹੜਾ ਵੀ ਸਾਡਾ ਪ੍ਰੋਫੈਸ਼ਨਲ ਹੈਗਾ ਉਹ ਕੁਆਲੀਫਾਈਡ ਹੋਏ। ਔਰ ਇਹ ਸਿਰਫ ਕੋਸ਼ਿਸ਼ ਹੀ ਨਹੀਂ ਹੈ, ਮੈਂ ਤਾਂ ਕਹਾਂਗਾ ਕਿ ਇਹ ਮੈਂਡੇਟਰੀ ਰੂਲ ਹੈ। ਮਤਲਬ ਮੈਂ ਆਪਣੇ ਸੈਂਟਰਸ ਦੇ ਅੰਦਰ ਇਹ ਪੂਰੀ ਕੋਸ਼ਿਸ਼ ਕਰ ਰਿਹਾ ਕਿ ਪੂਰੇ ਦੇ ਪੂਰੇ ਪ੍ਰੋਫੈਸ਼ਨਲਸ ਉਹੀ ਹੋਣ ਜਿਹੜੇ ਕਿ ਕੁਆਲੀਫਾਈਡ ਹੋਣ, ਕੋਈ ਵੀ ਅਨਕੁਆਲੀਫਾਈਡ ਪਰਸਨ ਨਾ ਹੋਵੇ। ਇੰਟੀਗ੍ਰੇਸ਼ਨ ਵਿੱਚ ਇਹ ਵਾਲੀ ਚੀਜ਼ ਵੀ ਅਸੀਂ ਆਪਣੀ ਤਰਫੋਂ ਦੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਥੈਰੇਪੀ ਬੱਚੇ ਦੀ ਡਿਜ਼ਾਈਨ ਕਰਨੀ ਹੈ ਉਹ ਸਾਰੇ ਪ੍ਰੋਫੈਸ਼ਨਲਸ ਮਿਲ ਕੇ ਬੱਚੇ ਦੀ ਜ਼ਰੂਰਤ ਮੁਤਾਬਿਕ ਉਹ ਥੈਰੇਪੀ ਨੂੰ ਡਿਜ਼ਾਈਨ ਕਰਨ। ਪੇਰੈਂਟਸ ਦੀ ਇਨਵੋਲਵਮੈਂਟ ਸਾਡੇ ਇੱਥੇ ਮੈਂਡੇਟਰੀ ਕੰਡੀਸ਼ਨ ਹੈਗੀ ਹੈ, ਯਾਨੀ ਕਿ ਡੇ 1 ਤੋਂ, ਜਿਸ ਦਿਨ ਤੋਂ ਥੈਰੇਪੀ ਸਟਾਰਟ ਹੋਏਗੀ, ਪੇਰੈਂਟ ਅੰਦਰ ਬੈਠਣਗੇ। ਯਾਨੀ ਕਿ ਇੱਕ ਟੀਚਰ ਜਾਂ ਜਿਹੜੇ ਵੀ ਥੈਰੇਪਿਸਟ ਨੇ, ਇੱਕ ਬੱਚਾ ਔਰ ਇੱਕ ਪੇਰੈਂਟ, ਯਾਨੀ ਕਿ 3 ਲੋਕਾਂ ਦੀ ਟੀਮ ਬਣ ਕੇ ਕੰਮ ਕਰਦੀ ਹੈ। ਯਾਨੀ ਕਿ ਥੈਰੇਪਿਸਟ ਪੇਰੈਂਟਸ ਨੂੰ ਇਹ ਟ੍ਰੇਨਡ ਕਰਨਗੇ ਕਿ ਤੁਸੀਂ ਬੱਚੇ ਦੇ ਨਾਲ ਘਰ 'ਚ ਕੰਮ ਕਿਵੇਂ ਕਰਨਾ। ਸੋ ਯਾਨੀ ਕਿ ਪੇਰੈਂਟ ਟ੍ਰੇਨਿੰਗ ਵੀ ਆ ਗਈ। ਹੁਣ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਫਾਈਨੈਂਸਿਸ, ਜਿਹੜਾ ਕਿ ਜ਼ਾਹਿਰ ਜੀ ਗੱਲ ਹੈ ਕਿ ਕਿਵੇਂ ਕੀਤਾ ਜਾਏ ਜਦ ਇੰਨੇ ਰਿਸੋਰਸਿਸ ਲਗਾਉਣੇ ਨੇ ਤੇ ਫੀਸ ਆਣੀ ਹੈ। ਉਹਦੇ ਵਾਸਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ 2 ਤਰੀਕੇ ਨਾਲ। ਪਹਿਲੀ, ਅਸੀਂ ਇਸ ਨੂੰ ਕੀ ਕੀਤਾ, ਪ੍ਰੋਗਰਾਮ ਨੂੰ ਸ਼ਾਰਟ ਕਰ ਦਿੱਤਾ ਹੈ। ਅਸੀਂ ਇਸ ਨੂੰ 3 ਮੰਥ ਪ੍ਰੋਗਰਾਮ ਬੰਦ ਕਰ ਦਿੱਤਾ ਹੈ, ਜਿਹਦੇ ਵਿੱਚ ਪੇਰੈਂਟ ਟ੍ਰੇਨਿੰਗ ਨੂੰ ਹਾਈਲਾਈਟ ਕਰ ਦਿੱਤਾ ਹੈ। ਯਾਨੀ ਕਿ ਪੇਰੈਂਟਸ ਆ ਜਾਣ, ਅਸੀਂ ਉਹਨਾਂ ਨੂੰ ਟ੍ਰੇਨਡ ਕਰ ਦਿੰਦੇ ਹਾਂ ਤਾਂ ਕਿ ਉਹ ਘਰ 'ਚ ਆਪਣੇ ਆਪ ਬੱਚੇ ਦੇ ਨਾਲ ਕੰਮ ਕਰਨਾ ਸ਼ੁਰੂ ਕਰਨ, ਔਰ ਫਿਰ ਸਾਨੂੰ ਜਿੱਥੇ ਉਹਨਾਂ ਨੂੰ ਐਜ਼ ਔਰ ਰਿਕੁਆਇਰਡ ਜ਼ਰੂਰਤ ਹੈ ਸਾਡੇ ਪ੍ਰੋਫੈਸ਼ਨਲਸ ਹੈਲਪ ਲੈ ਲੈਣ। ਬਟ 3 ਮਹੀਨੇ ਦੇ ਅੰਦਰ ਅੰਦਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਪੇਰੈਂਟ ਨੂੰ ਹੀ ਇੰਨਾ ਐਜੂਕੇਟ ਕਰ ਦਈਏ ਕਿ ਉਹ ਘੱਟ ਤੋਂ ਘੱਟ ਆਪਣੇ ਬੱਚੇ ਦੇ ਨਾਲ ਬੇਸਿਕ ਗੋਲ ਸੈਟਿੰਗ ਕਰਨੀ ਉਹਨਾਂ ਨੂੰ ਆ ਜਾਏ, ਔਰ ਨਾਲ ਸਾਡਾ ਸਾਈਡ ਬਾਈ ਸਾਈਡ ਉਹਨਾਂ ਨੂੰ ਸਪੋਰਟ ਚੱਲਦਾ ਰਹੇਗਾ, ਬਟ ਰੈਗੂਲਰ ਡੇਲੀ ਬੇਸਿਸ ਉੱਤੇ ਆਉਣ ਦੀ ਲੋੜ ਨਹੀਂ ਹੈ।
ਦੂਸਰੀ ਚੀਜ਼ ਅਗਰ ਇਸ ਦੇ ਵਿੱਚ ਵੀ ਅਗਰ ਸਾਨੂੰ ਲੱਗਦਾ ਹੈ ਕਿ ਉਹ 3 ਮਹੀਨੇ ਵਾਸਤੇ ਵੀ ਕਿਸੇ ਦੀ ਅਫੋਰਡੇਬਿਲਿਟੀ ਮੁਸ਼ਕਿਲ ਹੈ ਤੇ ਮੈਂ ਆਪਣਾ ਇੱਕ ਟਰਸਟ ਰੇਜ਼ ਕੀਤਾ ਹੈ ਜਿਹੜਾ ਕਿ ਫਾਊਂਡੇਸ਼ਨ ਹੈ ਉਸ ਫਾਊਂਡੇਸ਼ਨ ਨੂੰ ਇਸ ਯੂਨਿਟ ਦੇ ਨਾਲ ਅਟੈਚ ਕਰ ਦਿੱਤਾ ਹੈ ਕੋਈ ਵੀ ਪੇਰੈਂਟ ਜਿਸ ਦੀ ਫੈਮਿਲੀ ਇਨਕਮ 50000 ਰੁਪੀਸ ਤੋਂ ਘੱਟ ਹੈ ਉਹ ਐਲੀਜੀਬਲ ਹੈ ਸਬਸਿਡੀ ਵਾਸਤੇ ਤੇ ਜਿੰਨੀ ਜਿਸ ਦੀ ਕੋਈ ਫਾਈਨੈਂਸ਼ੀਅਲ ਨੀਡ ਹੋਏਗੀ ਸਾਡੀ ਤਰਫੋਂ ਦੀ ਬਹੁਤ ਕੰਪੈਸ਼ਨੇਟਲੀ ਉਸ ਨੂੰ ਹੈਂਡਲ ਕੀਤਾ ਜਾਂਦਾ ਹੈ ਮੈਂ ਆਪਣੇ ਆਪ ਨੂੰ ਇੱਕ ਸੈਲਫ ਕਮਿਟਮੈਂਟ ਹੈ ਦਿੱਤੀ ਹੈ ਕਿ ਬੀਇੰਗ ਅ ਪ੍ਰੋਫੈਸ਼ਨਲ ਮੇਰੀ ਡਿਊਟੀ ਬਣਦੀ ਹੈ ਕਿ ਜਸਟ ਪੈਸੇ ਵਾਸਤੇ ਕੋਈ ਬੱਚਾ ਵਾਪਸ ਨਾ ਜਾਏ ਸੋ ਇਹੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ Dr. Rutul, some cases has came to my notice also where the child he is going to the normal school, but after observing the unusual behavior of the child, when teachers they are informing the parents to get the child checked, the parents they are not accepting it. Rather, they are accusing the school authorities for not properly dealing with their ward. So, what kind of you see this social stigma it is affecting the families, and moreover, it has also come to light that when both parents they are working, they are into jobs, they are not giving actual proper time to their child. So, how this is affecting the child mental health? ਸੋ ਇਹ ਵੀ ਨਾ ਇੱਕ ਬਿਲਕੁਲ ਇੱਕ ਵਿਸ਼ਿਅਸ ਸਰਕਲ ਜਾਂ ਇੱਕ ਲੂਪ ਜਿਹਾ ਬਣ ਗਿਆ ਕਿ ਪੇਰੈਂਟਸ ਸਕੂਲ ਤੇ ਮਤਲਬ ਇੱਕ ਤਰੀਕੇ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਐਲੀਗੇਸ਼ਨ ਲਗਾ ਰਹੇ ਨੇ ਸਕੂਲ ਵਾਲੇ ਪੇਰੈਂਟਸ ਦੇ ਉੱਤੇ ਕਰ ਰਹੇ ਨੇ ਪਹਿਲੇ ਇਸ ਚੀਜ਼ ਨੂੰ ਸਾਨੂੰ ਨਾ ਇੱਕ ਅਵੇਅਰਨੈਸ ਔਰ ਸੈਂਸਿਟੀਵਿਟੀ ਪੁਆਇੰਟ ਆਫ ਵਿਊ ਨਾਲ ਸਮਝਣਾ ਪਏਗਾ ਦੋਨੋਂ ਚੀਜ਼ਾਂ ਨੇ ਕਈ ਵਾਰੀ ਮੈਕਸਿਮਮ ਨੰਬਰ ਆਫ ਸਕੂਲਸ ਇਕਵਿਪਡ ਹੀ ਨਹੀਂ ਹੈਗੇ ਨੇ ਸਪੈਸ਼ਲ ਨੀਡ ਬੱਚਿਆਂ ਨੂੰ ਹੈਂਡਲ ਕਰਨ ਵਾਸਤੇ ਹਾਲਾਂਕਿ ਹੁਣ ਕਾਨੂੰਨ ਬਣਦੇ ਜਾ ਰਹੇ ਨੇ ਚੀਜ਼ਾਂ ਸੁਧਰਦੀਆਂ ਜਾ ਰਹੀਆਂ ਨੇ ਪਹਿਲੇ ਤੋਂ ਇੰਪਰੂਵਮੈਂਟ ਆਂਦੀ ਜਾ ਰਹੀ ਹੈ ਮੈਂਡੇਟਰਲੀ ਬੋਰਡਸ ਦੀ ਗਾਈਡਲਾਈਨਸ ਦੇ ਮੁਤਾਬਿਕ ਹਰ ਸਕੂਲ ਨੂੰ ਸਪੈਸ਼ਲ ਐਜੂਕੇਟਰਸ ਰੱਖਣੇ ਜ਼ਰੂਰੀ ਹੋ ਗਏ ਨੇ ਕਾਉਂਸਲਰਸ ਰੱਖਣੇ ਜ਼ਰੂਰੀ ਹੋ ਗਏ ਨੇ ਚੀਜ਼ਾਂ ਬਦਲ ਰਹੀਆਂ ਨੇ ਵੀ ਆਰ ਇਨ ਦਾ ਟ੍ਰਾਂਜੀਸ਼ਨ ਪ੍ਰੋਸੈਸ ਐਂਡ ਵੀ ਆਰ ਵੈਰੀ ਹੋਪਫੁਲ that in near futures the things will be very in a better place I would say ਤੇ ਚੀਜ਼ਾਂ ਚੇਂਜ ਹੋਣੀਆਂ ਤਾਂ ਸ਼ੁਰੂ ਹੋ ਗਈਆਂ ਨੇ ਲੇਕਿਨ ਬਹੁਤ ਸਾਰੇ ਸਕੂਲ ਅਜੇ ਵੀ ਵੈਲ ਇਕਵਿਪਡ ਨਹੀਂ ਹੈਗੇ ਨੇ ਇਸ ਕਰਕੇ ਉਹ ਕਹਿੰਦੇ ਨੇ ਜੀ ਸਾਡੇ ਕੋਲ ਰਿਸੋਰਸਿਸ ਨਹੀਂ ਨੇ ਅਸੀਂ ਬੱਚਿਆਂ ਨੂੰ ਨਹੀਂ ਰੱਖ ਸਕਦੇ ਜਿਹੜੇ ਸਪੈਸ਼ਲ ਨੀਡ ਬੱਚੇ ਨੇ ਉਧਰ ਕਈ ਵਾਰੀ ਆਉਂਦਾ ਹੈ ਕਿ ਅਗਰ ਉਹਨਾਂ ਕੋਲ ਰਿਸੋਰਸਿਸ ਹੈਗੇ ਵੀ ਨੇ ਤੇ ਪੇਰੈਂਟਸ ਕਈ ਵਾਰੀ ਇਹ ਕਹਿੰਦੇ ਨੇ ਕਿਉਂਕਿ ਉਹ ਆਊਟ ਆਫ ਡਿਨਾਈਲ ਮੈਕੈਨਿਜ਼ਮ ਕਿ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਕਿ ਸਾਡੇ ਬੱਚੇ ਨੂੰ ਸਪੈਸ਼ਲ ਨੀਡ ਹੈ ਬਹੁਤ ਸਾਰੇ ਬੱਚੇ ਸ਼ਰਾਰਤੀ ਹੁੰਦੇ ਨੇ ਬਹੁਤ ਸਾਰੇ ਬੱਚਿਆਂ ਨੂੰ ਇਸ ਤਰੀਕੇ ਦੀ ਪ੍ਰੋਬਲਮਸ ਹੁੰਦੀਆਂ ਨੇ ਨਹੀਂ ਤੁਸੀਂ ਸਾਡੇ ਬੱਚੇ ਨੂੰ ਜ਼ਿਆਦਾ ਧਿਆਨ ਨਹੀਂ ਦੇ ਰਹੇ ਇਸ ਤਰੀਕੇ ਦੇ ਆਉਂਦੇ ਨੇ ਸੋ ਇੱਥੇ ਮੈਂ ਪੇਰੈਂਟਸ ਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਇਸ ਚੀਜ਼ ਨੂੰ ਨਾ ਸਾਨੂੰ ਸੰਭਲ ਕੇ ਚੱਲਣਾ ਪਏਗਾ ਇੱਕ ਦੂਸਰੇ ਨੂੰ ਸਮਝ ਕੇ ਚੱਲਣਾ ਪਏਗਾ ਸਕੂਲ ਅਥਾਰਟੀਜ਼ ਨੂੰ ਵੀ ਔਰ ਪੇਰੈਂਟਸ ਨੂੰ ਵੀ ਅਗਰ ਸਾਨੂੰ ਲੱਗਦਾ ਹੈ ਕਿ ਕੋਈ ਜੈਨੂਇਨ ਕੰਸਰਨ ਹੈਗਾ ਤੇ ਉਹਦੇ ਵਾਸਤੇ ਪ੍ਰੋਫੈਸ਼ਨਲਸ ਹੈਗੇ ਨੇ ਉਹਨਾਂ ਨੂੰ ਉਸ ਨੂੰ ਸਕਰੀਨ ਕਰਵਾ ਲੈਣਾ ਚਾਹੀਦਾ ਬੱਚੇ ਨੂੰ ਉਹਦੇ ਵਾਸਤੇ ਓਪੀਨੀਅਨ ਲੈਣਾ ਚਾਹੀਦਾ ਹੈ ਕੰਸਲਟੇਸ਼ਨ ਕਰਵਾ ਲੈਣੀ ਚਾਹੀਦੀ ਹੈ ਅਗਰ ਸਾਡੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੈ ਚਾਹੇ ਉਹ ਕਿੰਨੀ ਹੀ ਘੱਟ ਕਿਉਂ ਨਾ ਹੋਵੇ ਜਿੰਨੀ ਜਲਦੀ ਅਸੀਂ ਉਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਾਂਗੇ ਉਹਨੇ ਬੈਟਰ ਚਾਂਸਸ ਨੇ ਇੰਪਰੂਵਮੈਂਟ ਦੇ So, and what kind of you see the if we are want to aware the public about this autism, what are the signs or symptoms one should see in their child that whether she is facing this autism or not? ਜੀ ਮੈਂ ਤਾਂ ਪਹਿਲੇ ਕਹਾਂਗਾ ਕਿ ਪਹਿਲੇ ਤਾਂ ਬਹੁਤ ਜ਼ਿਆਦਾ ਸਾਇੰਟੀਫਿਕ ਤਰੀਕੇ 'ਚ ਸਾਨੂੰ ਜਾਣ ਦੀ ਲੋੜ ਨਹੀਂ ਹੈ ਇੱਕ ਬਹੁਤ ਹੀ ਬੇਸਿਕ ਅੰਡਰਸਟੈਂਡਿੰਗ ਦੇ ਹਿਸਾਬ ਨਾਲ ਅਸੀਂ ਕੰਮ ਕਰਾਂਗੇ ਜੇ ਮੇਰਾ ਬੱਚਾ 3 ਸਾਲ ਦਾ ਹੈ ਔਰ 3 ਸਾਲ ਦੇ ਬਾਕੀ ਬੱਚਿਆਂ ਦੇ ਮੁਕਾਬਲੇ ਪ੍ਰੋਪਰਲੀ ਪਰਫਾਰਮ ਨਹੀਂ ਕਰ ਰਿਹਾ ਤੇ ਉਹ ਆਪਣੇ ਆਪ ਵਿੱਚ ਰੈੱਡ ਫਲੈਗ ਹੋ ਗਿਆ ਹਾਲਾਂਕਿ ਅਗਰ ਮੈਂ ਇਸ ਨੂੰ ਸਿਸਟਮੈਟਿਕਲੀ ਸਮਝਣ ਦੀ ਕੋਸ਼ਿਸ਼ ਕਰਾਂ ਤਾਂ ਸਭ ਤੋਂ ਪਹਿਲਾ ਰੈੱਡ ਫਲੈਗ ਹੈ ਬੱਚੇ ਦਾ ਕਮਿਊਨੀਕੇਸ਼ਨ ਪੈਟਰਨ ਜਿਵੇਂ ਅਸੀਂ ਕਹੀਦਾ ਕਿ 1 ਸਾਲ ਦਾ ਬੱਚਾ 1 ਵਰਡ 2 ਸਾਲ ਦਾ ਬੱਚਾ 2 ਵਰਡ 3 ਸਾਲ ਦਾ ਬੱਚਾ 3 ਵਰਡ ਸਪੀਚ ਵਿੱਚ ਆ ਜਾਂਦਾ ਹੈ ਜੋ ਕਿ ਨਾਰਮਲੀ ਜਨਰਲ ਹੈ ਥੋੜੇ ਬਹੁਤ ਬੱਚੇ ਉੱਪਰ ਨੀਚੇ ਹੋ ਸਕਦੇ ਆ ਨਹੀਂ ਕਿ ਬਹੁਤ ਹੀ ਹਾਰਡ ਐਂਡ ਫਾਸਟ ਰੂਲ ਹੈ ਨਾਰਮਲ ਵੇਰੀਏਸ਼ਨ ਦੇ ਤੌਰ ਤੇ ਉੱਤੇ ਵੀ ਹਰ ਬੱਚਾ ਅਲੱਗ-ਅਲੱਗ ਸਪੀਡ ਤੇ ਬੋਲਦਾ ਹੈ ਲੇਕਿਨ ਅਗਰ ਸਾਨੂੰ ਲੱਗ ਰਿਹਾ ਕਿ ਗੈਪ ਬਹੁਤ ਵੱਡਾ ਹੋ ਗਿਆ ਬੱਚਾ 3 ਸਾਲ ਦਾ ਹੋ ਗਿਆ ਅਜੇ ਤੱਕ 1 ਵਰਡ ਸਪੀਚ ਤੇ ਵੀ ਨਹੀਂ ਆਇਆ ਤੇ ਡੈਫੀਨਿਟਲੀ ਇਟਸ ਅ ਮੈਟਰ ਆਫ ਕੰਸਰਨ ਤੇ ਸਾਨੂੰ ਉਸ ਕਮਿਊਨੀਕੇਸ਼ਨ ਪੈਟਰਨ ਦੇ ਉੱਤੇ ਇੱਕ ਰੈੱਡ ਫਲੈਗ ਆ ਜਾਏਗਾ ਜਿਸ ਤੋਂ ਸਾਨੂੰ ਆਇਡੈਂਟੀਫਿਕੇਸ਼ਨ ਹੋ ਜਾਏਗੀ ਦੂਸਰਾ ਕਿਆ ਬੱਚਾ ਸੋਸ਼ਲਾਈਜ਼ ਕਰ ਰਿਹਾ ਦੂਸਰੇ ਬੱਚਿਆਂ ਦੇ ਨਾਲ ਮਿਕਸਅਪ ਹੋ ਰਿਹਾ ਖੇਲ ਰਿਹਾ ਪ੍ਰੋਪਰ ਕਰ ਰਿਹਾ ਰਿਸਪੌਂਡ ਕਰ ਰਿਹਾ ਨੇਮ ਰਿਸਪੌਂਡ ਕਰ ਰਿਹਾ ਆਈ ਕੰਟੈਕਟ ਕਰ ਰਿਹਾ ਪਾਰਟਿਸਿਪੇਸ਼ਨ ਇਨ ਪਲੇ ਕਰ ਰਿਹਾ ਅਗਰ ਤੇ ਇਹ ਸਾਰੀ ਚੀਜ਼ਾਂ ਨਾਰਮਲ ਨਹੀਂ ਲੱਗ ਰਹੀਆਂ ਤਾਂ ਉਹ ਵੀ ਸਾਡੇ ਵਾਸਤੇ ਰੈੱਡ ਫਲੈਗ ਹੈਗਾ ਫਿਰ ਕਈ ਵਾਰੀ ਅਸੀਂ ਖਾਸ ਤੌਰ ਤੇ ਆਟਿਜ਼ਮ ਸਪੈਕਟਰਮ ਦੇ ਉੱਤੇ ਅਗਰ ਗੱਲ ਕਰੀਏ ਤੇ ਬਹੁਤ ਸਾਰੇ ਬੱਚਿਆਂ ਦੇ ਕੁਝ ਸੈਂਸਰੀ ਇਸ਼ੂਜ਼ ਹੁੰਦੇ ਨੇ ਜਿਹਦੇ ਵਿੱਚ ਬੱਚੇ ਕਈ ਵਾਰੀ ਟੋ ਵਾਕਿੰਗ ਯਾਨੀ ਕਿ ਏੜੀ ਚੱਕ ਕੇ ਚੱਲਣਾ ਜਾਂ ਅੱਖਾਂ ਨੂੰ ਬਲਿੰਕ ਕਰਨਾ ਜਾਂ ਉਂਗਲੀਆਂ ਦੇ ਨਾਲ ਜ਼ਿਆਦਾ ਖੇਲਣਾ ਜਾਂ ਕੰਨਾਂ ਤੇ ਹੱਥ ਰੱਖਣਾ ਜਾਂ ਚੀਜ਼ਾਂ ਨੂੰ ਸਮੈਲ ਕਰਨਾ ਕੋਈ ਵੀ ਪੈਟਰਨ ਜ਼ਰੂਰੀ ਨਹੀਂ ਕਿ ਹਰ ਬੱਚੇ 'ਚ ਸਾਰੇ ਪੁਆਇੰਟਸ ਹੋਣਗੇ ਲੇਕਿਨ ਅਗਰ ਸਾਨੂੰ ਲੱਗ ਰਿਹਾ ਕਿ ਸਾਡਾ ਬੱਚਾ ਪ੍ਰੋਪਰਲੀ ਕਮਿਊਨੀਕੇਟ ਨਹੀਂ ਕਰ ਰਿਹਾ ਔਰ ਪ੍ਰੋਪਰਲੀ ਸੋਸ਼ਲਾਈਜ਼ ਨਹੀਂ ਕਰ ਰਿਹਾ ਜਾਂ ਉਸ ਵਿੱਚ ਕੋਈ ਸਟੀਰੀਓਟਿਪੀਕਲ ਬਿਹੇਵੀਅਰ ਆ ਰਹੇ ਨੇ ਤੇ ਡੈਫੀਨਿਟਲੀ ਸਾਨੂੰ ਇੱਕ ਵਾਰੀ ਸਕਰੀਨਿੰਗ ਪੁਆਇੰਟ ਆਫ ਵਿਊ ਨਾਲ ਪ੍ਰੋਫੈਸ਼ਨਲਸ ਨੂੰ ਕੰਸਲਟ ਜ਼ਰੂਰ ਕਰ ਲੈਣਾ ਚਾਹੀਦਾ ਰਾਈਟ ਸਰ ਐਂਡ ਲਾਈਕ ਯੂ ਮੈਂਸ਼ਨਡ ਅਬਾਊਟ देयर आर financial hardship the treatment it is not affordable what kind of government support is required in this sector considering this financial hardship as well as to create the awareness among the public
ਦੇਖੋ ਜਦੋਂ ਫਾਈਨੈਂਸ਼ੀਅਲ ਐਫਰਟਸ ਦੇ ਉੱਤੇ ਅਸੀਂ ਗਵਰਨਮੈਂਟ ਐਫਰਟਸ ਦੀ ਗੱਲ ਕਰਾਂਗੇ ਤੇ ਮੈਨੂੰ ਲੱਗਦਾ ਦੋਨੋਂ ਚੀਜ਼ਾਂ ਚਾਹੀਦੀਆਂ ਨੇ, ਗਵਰਨਮੈਂਟ ਦੇ ਫੰਡਸ ਤੇ ਆਣੇ ਹੀ ਚਾਹੀਦੇ ਨੇ ਇਸ ਦੇ ਉੱਤੇ, ਔਰ ਉਹ ਮੈਂ ਕਹਾਂਗਾ ਕਿ ਚੀਜ਼ਾਂ ਕਾਫੀ ਸਟਾਰਟ ਹੋ ਚੁੱਕੀਆਂ ਨੇ, ਹਾਲਾਂਕਿ ਅਜੇ ਉਹ ਇੰਨੀ ਰਿਮਾਰਕੇਬਲ ਜਾਂ ਇੰਨੀ ਸਫੀਸ਼ੀਐਂਟ ਨਹੀਂ ਨੇ, ਬਟ ਅਸੀਂ ਸਮਝਨੇ ਆ ਕਿ ਇਹ ਪ੍ਰੋਸੈਸ ਬਹੁਤ ਸਲੋ ਹੁੰਦਾ ਹੈ। ਇਹਦੇ ਵਾਸਤੇ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ ਆਵਾਜ਼ ਉੱਠਣੀ ਸ਼ੁਰੂ ਹੋ ਚੁੱਕੀ ਹੈ। ਗਵਰਨਮੈਂਟ ਦੀ ਤਰਫੋਂ ਦੀ ਵੀ ਇਸ ਦੇ ਉੱਤੇ ਕਾਫੀ ਸਾਰੀ ਕਮੇਟੀਜ਼ ਬਿਠਾ ਕੇ ਡਿਸਕਸ਼ਨ ਕੀਤੀਆਂ ਜਾ ਰਹੀਆਂ ਨੇ। ਹੁਣ ਤੇ ਕਈ ਸਟੇਟਸ ਦੇ ਅੰਦਰ ਅਲੱਗ ਤੋਂ ਆਟਿਜ਼ਮ ਸਪੈਸ਼ਲਾਈਜ਼ਡ ਸੈਂਟਰ ਸਟਾਰਟ ਕੀਤੇ ਜਾ ਰਹੇ ਨੇ ਗਵਰਨਮੈਂਟ ਦੀ ਤਰਫੋਂ ਦੀ, ਆਲਦੋ ਅਜੇ ਮੈਂ ਕਹਾਂਗਾ ਤੇ ਨੰਬਰ ਤਾਂ ਸਿਗਨੀਫੀਕੈਂਟ ਨਹੀਂ ਹੈ। ਇਸ ਦੇ ਨਾਲ ਮੈਂ ਕਹਾਂਗਾ ਕਿ ਇੱਕ ਤਾਂ ਚਲੋ ਉਹ ਸਪੀਡ ਅਪ ਹੋਣਾ ਹੀ ਚਾਹੀਦਾ ਉਹ ਪ੍ਰੋਸੈਸ, ਲੇਕਿਨ ਮੈਨੂੰ ਲੱਗਦਾ ਹੈ ਕਿ ਇੰਸ਼ੋਰੈਂਸ ਦੇ ਉੱਤੇ ਵੀ ਇਸ ਦੇ ਉੱਤੇ ਬੜਾ ਫੋਕਸ ਕਰਨਾ ਚਾਹੀਦਾ ਹੈ, ਕਿਉਂਕਿ ਅਜੇ ਤੱਕ ਤੁਸੀਂ ਦੇਖੋ ਇਹ ਥੈਰੇਪੀਜ਼ ਬਹੁਤ ਓਪਨਲੀ ਜਾਂ ਬੜੇ ਕੰਫਰਟੇਬਲੀ ਅਜੇ ਇੰਸ਼ੋਰੈਂਸ ਵਿੱਚ ਕਵਰ ਨਹੀਂ ਹੋ ਰਹੀਆਂ ਨੇ। ਤੁਸੀਂ ਇਹ ਦੇਖੋ ਕਿ ਅਗਰ ਸਾਰੀ ਚੀਜ਼ਾਂ ਇੰਸ਼ੋਰੈਂਸ ਵਿੱਚ ਕਵਰ ਹੋ ਰਹੀਆਂ, ਜਦਕਿ ਇਹ ਨਿਊਰੋ ਡਿਵੈਲਪਮੈਂਟਲ ਹੁਣ ਕੰਡੀਸ਼ਨ ਇਸਟੈਬਲਿਸ਼ ਹੋ ਚੁੱਕੀ ਹੋਈ ਹੈ, ਜਦਕਿ ਇਹਦੇ ਉੱਤੇ ਹੁਣ ਸਾਰੇ ਦੇ ਸਾਰੇ ਗੈਜਟ ਨੋਟੀਫਿਕੇਸ਼ਨ ਆ ਚੁੱਕੇ ਨੇ, ਸੁਪਰੀਮ ਕੋਰਟ ਦੀ ਰੂਲਿੰਗ ਆ ਚੁੱਕੀ ਹੈ, ਤਦ ਵੀ ਮੈਨੂੰ ਲੱਗਦਾ ਹੈ ਕਿ ਇੰਸ਼ੋਰੈਂਸ ਕੰਪਨੀਜ਼ ਉੱਤੇ ਅਜੇ ਇਸ ਦੇ ਉੱਤੇ ਬਹੁਤ ਸਪੀਡ ਅਪ ਕਰਨ ਦੀ ਲੋੜ ਹੈਗੀ ਹੈ, ਔਰ ਉਹਨਾਂ ਦੀ ਤਰਫੋਂ ਦੀ ਜਾਂ ਗਵਰਨਮੈਂਟ ਦੀ ਤਰਫੋਂ ਦੀ ਇਸ ਦੇ ਉੱਤੇ ਅਜੇ ਹੋਰ ਐਫਰਟਸ ਜਾਂ ਪ੍ਰੈਸ਼ਰ ਪਾਉਣ ਦੀ ਲੋੜ ਹੈਗੀ। ਤਾਂ ਦੋਨੋਂ ਤਰਫ ਦੀ ਜ਼ਰੂਰਤ ਹੈ, ਇੰਸ਼ੋਰੈਂਸ ਕੰਪਨੀਜ਼ ਪੁਆਇੰਟ ਆਫ View ਨਾਲ ਵੀ ਔਰ ਗਵਰਨਮੈਂਟ ਐਫਰਟਸ ਪੁਆਇੰਟ ਆਫ View ਨਾਲ ਵੀ, ਕਿਉਂਕਿ ਪ੍ਰਾਈਵੇਟ ਸੈਕਟਰ ਜਸਟ ਇਸ ਨੂੰ ਸਾਰਾ ਦਾ ਸਾਰਾ ਜੋ ਸਿਸਟਮ ਬਣਾਏਗਾ ਇਹ ਹਰ ਪੇਰੈਂਟ ਵਾਸਤੇ ਅਫੋਰਡੇਬਲ ਨਹੀਂ ਹੋ ਪਾਏਗਾ। Right. Dr. At last, what message you want to convey to the parents that how they can perform their role in managing this or curbing this or autism in their child? ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਕਹਿ ਰਿਹਾ ਐਕਸੈਪਟੈਂਸ। ਇੱਕ ਵਾਰੀ ਅਗਰ ਮੈਂ ਐਕਸੈਪਟੈਂਸ ਕਰ ਲਾਂ, ਇਸ ਦੇ ਵਾਸਤੇ ਮੈਂ ਇਹੀ ਕਹਿਣਾ ਕਿ ਇੱਕ ਡਿਨਾਇਲ ਮੈਕੈਨਿਜ਼ਮ ਜੋ ਮੈਂ ਕਹਿ ਰਿਹਾ ਸੀ ਕਿ ਨੈਚੁਰਲ ਚੀਜ਼ ਹੈਗੀ ਹੈ, ਲੇਕਿਨ ਅਗਰ ਇਹ ਡਿਨਾਇਲ ਮੈਕੈਨਿਜ਼ਮ 2 3 4 ਮਹੀਨੇ ਵਾਸਤੇ ਚੱਲ ਰਿਹਾ ਤੇ ਠੀਕ ਹੈ, ਲੇਕਿਨ ਪੇਰੈਂਟਸ ਨੂੰ ਇੱਕੋ ਹੀ ਮੈਸੇਜ ਹੈ, ਕਦੀ ਵੀ ਅਗਰ ਇਹ ਲੱਗਦਾ ਹੈ ਕਿ ਮੇਰਾ ਬੱਚਾ ਜ਼ਰਾ ਜਿਹਾ ਵੀ, ਤੇ ਕੋਈ ਇੰਟਿਊਸ਼ਨਲ ਫੈਕਟਰਸ ਵੀ ਹੁੰਦੇ ਨੇ, ਅਗਰ ਕਦੀ ਵੀ ਮੈਨੂੰ ਲੱਗ ਰਿਹਾ ਕਿ ਮੇਰੇ ਬੱਚੇ ਵਿੱਚ ਕੋਈ ਇਹੋ ਜਿਹੀ ਚੀਜ਼ ਲੱਗ ਰਹੀ ਹੈ ਤੇ ਪਲੀਜ਼ ਪਹਿਲੇ ਤੇ ਡਰੋ ਘਬਰਾਓ ਨਹੀਂ, ਕਿਉਂਕਿ ਵਾਕਈ ਉਹ ਚੀਜ਼ ਜ਼ਰੂਰੀ ਨਹੀਂ ਹੈ ਕਿ ਕੋਈ ਬਹੁਤ ਵੱਡਾ ਕੋਈ ਕੰਡੀਸ਼ਨ ਹੀ ਹੋਏਗੀ, ਲੇਕਿਨ ਇਨ ਕੇਸ ਈਸ਼ਵਰ ਨਾ ਕਰੇ ਅਗਰ ਉਹ ਹੈ ਵੀ, ਤਦ ਵੀ ਅਗਰ अर्ਲੀ ਆਇਡੈਂਟੀਫਾਈ ਕਰਕੇ ਸਹੀ ਮੈਨੇਜਮੈਂਟ ਸਟਾਰਟਿੰਗ ਵਿੱਚ ਹੀ ਦੇ ਦਿੱਤੀ ਜਾਏ ਔਰ ਖੁਦ ਆਪਣੀ ਪ੍ਰੋਪਰ ਇਨਵੋਲਵਮੈਂਟ ਰੱਖ ਲਿੱਤੀ ਜਾਏ ਤਾਂ ਬਹੁਤ ਸਿਗਨੀਫੀਕੈਂਟ ਚੇਂਜ ਔਰ ਇੰਪਰੂਵਮੈਂਟ ਹੋਣ ਦੇ ਚਾਂਸਸ ਹੁੰਦੇ ਨੇ। ਸੋ ਪੇਰੈਂਟਸ ਨੂੰ ਇੱਕੋ ਹੀ ਮੈਸੇਜ ਮੇਰਾ ਸਭ ਤੋਂ ਵੱਡਾ, ਇਨ ਕੇਸ ਕਦੀ ਵੀ ਤੁਹਾਨੂੰ ਕੋਈ ਚੀਜ਼ ਮਹਿਸੂਸ ਹੋ ਰਹੀ ਹੈ, ਪਲੀਜ਼ ਡਿਲੇ ਨਹੀਂ ਕਰੋ, ਇਹਦੇ ਉੱਤੇ ਐਕਸ਼ਨ ਸਟਾਰਟ ਕਰ ਦਿਓ। That's it. Thank you. So he was Dr. Atul Madan from Autism Alliance Ludhiana. So he explained well in detail about the neurodevelopmental condition autism, the role parents and schools can play in managing this neurodevelopmental condition autism, and the support from the government required. He also mentioned that he also sought that this disorder is required to be covered in the insurances. So we will keep updating you. Stay tuned to Daswera for more updates. Amarpal Singh with cameraman Sandeep Singh.